ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਦੇਖ ਰਹੇ ਦਰਸ਼ਕਾਂ ਦਾ ਦਾਸ ਗੁਰਪ੍ਰੀਤ ਸਿੰਘ ਕੋਈ ਸਵਾਗਤ ਕਰਦਾ। ਸੰਗਤ ਜੀ, ਅੱਜ ਦੇ ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰਾਂਗੇ ਕਿ ਪਿਛਲੇ ਦਿਨੀ ਜੋ ਤੁਸੀਂ ਜਾਣਦੇ ਹੋ ਕਿ ਜੋ ਕਾਬੁਲ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਜੋ ਕਿ ਸਿੱਖਾਂ ਤੋਂ ਬੜੀ ਜੋ ਭਾਰੀ ਤਸੱਦਦ ਹੋ ਰਹੀ ਸੀ ਕਿ ਜਿਸ ਦੇ ਕਰਕੇ ਜੋ ਹੈ ਕਈ ਸਿੱਖ ਉੱਥੇ ਜੋ ਹੈ ਉਹ ਛੱਡਣ ਨੂੰ ਜਗ੍ਹਾ ਮਜਬੂਰ ਸੀਗੇ ਹੋਰ ਉੱਥੋਂ ਦੀ ਆਣਾ ਚਾਹੁੰਦੇ ਸੀਗੇ। ਔਰ ਨਿਦਾਨ ਸਿੰਘ ਜੀ ਜਿਹੜੇ ਕਿ ਗੁਰੂ ਘਰ ਦੇ ਜੋ ਸੇਵਾਦਾਰ ਸੀਗੇ ਉਹਨਾਂ ਨੂੰ ਵੀ ਜੋ ਪਿਛਲੇ ਦਿਨ ਜੋ ਅਗਵਾ ਕਰ ਲਿਆ ਗਿਆ ਸੀਗਾ ਸੋ ਉਹ ਵੀ ਇਸ ਤਸੱਦਦ ਨੂੰ ਜਿਹੜਾ ਹੈਗਾ ਝੇਲ ਰਹੇ ਸੀਗੇ। ਸੋ ਉਹ ਉਹਨਾਂ ਨੇ ਜੋ ਹੈ ਭਾਰਤ ਵਾਪਸ ਆਉਣ ਦੀ ਜੋ ਇੱਛਾ ਜਾਹਿਰ ਕੀਤੀ ਸੀਗੀ। ਸੋ ਭਾਰਤ ਸਰਕਾਰ ਵੱਲੋਂ ਫਰਿਆਦ ਵੀ ਕੀਤੀ ਗਈ ਸੀ ਔਰ ਭਾਰਤ ਸਰਕਾਰ ਨੇ ਉਹਨਾਂ ਨੂੰ ਜੋ ਹੈ ਵੀਜ਼ਾ ਲੰਬੇਰਾ ਵੀਜ਼ਾ ਇੱਕ ਲੰਬੀ ਅਵਧੀ ਦਾ ਵੀਜ਼ਾ ਦੇਣ ਦਾ ਜਿਹੜਾ ਇੱਕ ਆਸ਼ਵਾਸਨ ਵੀ ਦਿੱਤਾ ਸੀਗਾ। ਸੋ ਉਸ ਦੇ ਤਹਿਤ ਹੀ ਜਿਹੜਾ ਹੈਗਾ 11 ਜੋ ਕਿ ਜੇ ਸਿੱਖ ਜਿਹੜੇ ਹੈਗੇ ਆ ਉਹ ਵਾਪਸ ਪਰਤੇ ਨੇ ਅੱਜ ਭਾਰਤ ਦੇਸ਼ ਦੇ ਵਿੱਚੋਂ ਭਾਰਤ ਦੇ ਵਿੱਚੋਂ ਵਾਪਸ ਲੋਟੇ ਨੇ। ਸੋ ਉਸ ਦੀ ਤੁਹਾਨੂੰ ਅਸੀਂ ਤਸਵੀਰਾਂ ਵੀ ਦਿਖਾ ਰਹੇ ਹਾਂ, ਉਸ ਦੀ ਤੁਹਾਨੂੰ ਅਸੀਂ ਜੋ ਫੁਟੇਜ ਵੀ ਦਿਖਾ ਰਹੇ ਹਾਂ। ਹੋਰ ਉਹਨਾਂ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਜਿਹੜਾ ਹੈਗਾ ਪਰਿਵਾਰ ਜੋ ਹੈ ਉਹ ਰੁਕੇ ਹੋਏ ਨੇ। ਤੁਸੀਂ ਦੇਖ ਰਹੇ ਹੋ ਕਿ ਇਸ ਤਸਵੀਰ ਦੇ ਵਿੱਚ ਭਾਈ ਨਿਦਾਨ ਸਿੰਘ ਜਿਹੜੇ ਸੇਵਾਦਾਰ ਨੇ ਗੁਰਦੁਆਰਾ ਸਾਹਿਬ ਦੇ ਜਿਨ੍ਹਾਂ ਨੂੰ ਅਗਵਾ ਕਰ ਲਿੱਤਾ ਗਿਆ ਸੀਗਾ ਪਿਛਲੇ ਦਿਨੀ ਔਰ ਉਹ ਤਸੱਦਦ ਝੇਲ ਰਹੇ ਸੀਗੇ ਪਰ ਉਹ ਜੋ ਨਿਕਲ ਕੇ ਆਏ ਸੀਗੇ ਮਸਾ ਹੀ ਜੋ ਕਿ ਉਸ ਤਸੱਦਦ ਚੋਂ ਨਿਕਲ ਕੇ ਆਏ ਸੀਗੇ ਬਚ ਕੇ ਆਏ ਸੀਗੇ। ਸੋ ਪਿਛਲੇ ਕੁਝ ਦਿਨਾਂ ਪਹਿਲੇ ਹੀ ਉਹ ਵਾਪਸ ਆਏ ਸੀਗੇ। ਸੋ ਅੱਜ ਉਹ ਭਾਰਤ ਜਦੋਂ ਹੈ ਦੁਪਹਿਰ ਦੇ ਵੇਲੇ ਜਦੋਂ ਕਿ 11 ਜੋ ਕਿ ਸਿੱਖਾਂ ਦਾ ਇੱਕ ਜੱਥਾ ਜਦੋਂ ਪਹੁੰਚਿਆ ਤਾਂ ਦਿੱਲੀ ਦੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦਾ ਭਰਵਾਂ ਜਿਹੜਾ ਹੈਗਾ ਸਵਾਗਤ ਕੀਤਾ ਹੈਗਾ। ਔਰ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਦੇ ਪ੍ਰਧਾਨ ਵੀ ਉਹਦੇ ਵਿੱਚ ਸੀਗੇ, ਆਰਪੀ ਸਿੰਘ ਵੀ ਉਹਦੇ ਵਿੱਚ ਸੀਗੇ। ਉਸ ਤੋਂ ਇਲਾਵਾ ਮਨਜਿੰਦਰ ਸਿੰਘ ਸਿਰਸਾ ਦਿੱਲੀ ਕਮੇਟੀ ਦੇ ਪ੍ਰਧਾਨ ਔਰ ਹਰਮੀਤ ਸਿੰਘ ਕਾਲਕਾ ਜਨਰਲ ਸੈਕਟਰੀ ਅਤੇ ਮਨਜੀਤ ਸਿੰਘ ਜੀਕੇ ਜਿਹੜੇ ਸਾਬਕਾ ਪ੍ਰਧਾਨ ਨੇ ਉਹ ਵੀ ਉੱਥੇ ਮੌਜੂਦ ਸੀਗੇ। ਔਰ ਪਰਿਵਾਰਾਂ ਦੇ ਨਾਲ ਜਦੋਂ ਅਕਾਲ ਚੈਨਲ ਨੇ ਜੋ ਹੈ ਖਾਸ ਅਸੀਂ ਗੱਲਬਾਤ ਵੀ ਕੀਤੀ ਹੈਗੀ ਤੁਹਾਨੂੰ ਉਹ ਵੀ ਸੁਣਾਵਾਂਗੇ ਔਰ ਪਰਿਵਾਰਾਂ ਦੇ ਉੱਪਰ ਜੋ ਕੀ ਗੁਜ਼ਰ ਰਿਹਾ ਸੀਗਾ ਉਹ ਸਾਰੀ ਗੱਲਾਂ ਦੱਸਾਂਗੇ। ਕੁਝ ਉੱਥੋਂ ਦੀ ਤੁਹਾਨੂੰ ਅਸੀਂ ਜੋ ਬਿਆਨ ਹੈਗੇ ਜਿਹੜੇ ਜਦੋਂ ਭਾਰਤ ਵਾਪਸ ਪਰਤੇ एयरपोर्ट तो बाहर निकले तो आओ ਤੁਹਾਨੂੰ ਪਹਿਲੇ ਉਹ ਸੁਣਾਉਂਦੇ ਹਾਂ ਜੀ। हिंदुस्तान बड़ा शहर तो है ही नहीं, शांति का शहर है, गरीबों का शहर है। हम वहाँ से आतंकवादियों से आए, बहुत मेहनत देके, बहुत तकलीफ, बहुत मारपीट देके हमने वो मेरे को सॉरी यहाँ पे मेरे को करंट दिया है ज़्यादा दूसरा नहीं, मेरे को पैर में दर्द है, रुक भी नहीं सकता हूँ। तो अब भारत सरकार से क्या उम्मीद करेंगे? मांग करेंगे कि जल्द से जल्द नागरिकता मिले आप लोग को और बाकी सिख परिवार को? वो तो हमेशा हम चाहिए, हमको हमेशा चाहिए, हमारा बड़ा बुजुर्ग है। कहाँ पे वो उसका सिर मुसलमानों का वो कोई मानता ही नहीं, कोई उसको कोई इंसान लगता ही नहीं, कोई इंसान या नहीं है, सिर मुसलमान इंसान है। आपको टॉर्चर भी किया गया था, अगवा थे आप, क्या क्या किया गया था आपके साथ? मेरे को हमेशा मारपीट। तो कैसा लग रहा है यहाँ? मैं तो क्या बोलूँ, कैसे बोलूँ, इतना खुशी मेरे दिल में कि वो मेरे जो मारपीट दिया ना वो बिल्कुल ख़त्म हो गया। मारपीट की गई थी आपके बहुत साथ? ज़्यादा, बहुत ज़्यादा। मेरे साथ करीब 11 बंदे, मेरे साथ 11 लोग आए, टोटल 11 आए, 10 इनके साथ 10 और बच्चे में एक छोटा बच्चा भी, बेटी आई थी, छोटी बेटियां भी है। चलो बहुत खुशी है। ठीक है दोस्त, हो गया। धन्यवाद। ਇਹ ਅੱਜ 11 ਪਰਿਵਾਰ ਜਿਹੜੇ ਆਏ ਨੇ ਸਰਦਾਰ ਨਿਦਾਨ ਸਿੰਘ ਜੀ, ਇਹਨਾਂ ਦੇ ਇਲਾਵਾ 2 ਫੈਮਲੀਆਂ ਹੋਰ ਨੇ, ਇੱਕ ਦੇ 5 ਪਰਿਵਾਰ ਦੇ ਜੀ ਨੇ, 4 ਨੇ। ਇਹ ਸਾਰਿਆਂ ਨੂੰ ਪਹਿਲਾਂ ਤੇ ਹੋਮ ਕੁਆਰੰਟਾਈਨ ਵਾਸਤੇ ਗੁਰਦੁਆਰਾ ਕਾਬਲੀ ਸਾਹਿਬ ਲਿਜਾਇਆ ਜਾ ਰਿਹਾ। ਉਸ ਤੋਂ ਬਾਅਦ ਇਹਨਾਂ ਨੂੰ ਤਾਂ ਤੱਕ ਆਪਣੇ ਕੋਲ ਰੱਖਿਆ ਜਾਏਗਾ ਜਦੋਂ ਤੱਕ ਇਹਨਾਂ ਦੇ ਪਰਮਾਨੈਂਟ ਰਹਿਣ ਦਾ ਇੰਤਜ਼ਾਮ ਨਹੀਂ ਹੁੰਦਾ, ਘਰ-ਬਾਰ ਦਾ ਇੰਤਜ਼ਾਮ ਨਹੀਂ ਹੋ ਜਾਂਦਾ, ਉਦੋਂ ਤੱਕ ਸਾਡੇ ਕੋਲ ਰਹਿਣਗੇ। ਇਹਦੇ ਇਲਾਵਾ ਵੀ ਜਿੰਨੇ ਵੀ ਲੋਕ ਆ ਰਹੇ ਨੇ ਤਕਰੀਬਨ 600 ਲੋਕਾਂ ਦੇ ਜਿੰਨੇ ਵੀ ਲੋਕ ਆਉਣਗੇ ਉਹਨਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸੰਭਾਲ ਰਹੀ ਹੈ। ਉਹਨਾਂ ਦੇ ਰਹਿਣ ਦਾ, ਖਾਣ ਪੀਣ ਦਾ ਸਭ ਦਾ ਇੰਤਜ਼ਾਮ ਜੋ ਹੈ ਹੁਣ ਤੱਕ ਕਰਾਂਗੇ ਜਦੋਂ ਤੱਕ ਉਹਨਾਂ ਨੂੰ ਆਪਣੇ ਮਹਿਫੂਜ਼ ਕਰਾਉਣ ਦਾ ਇੰਤਜ਼ਾਮ ਨਹੀਂ ਕਰ ਲੈਂਦੇ। ਉਹਦੇ ਵਾਸਤੇ ਸਾਡੇ ਪ੍ਰਧਾਨ ਜੀ ਸਾਡੇ ਬਹੁਤ ਜਿਹੜੇ ਸਾਡੇ ਜਿਨ੍ਹਾਂ ਨੇ ਪੂਰਾ ਆਪਣਾ ਯੋਗਦਾਨ ਹੁਣ ਤੱਕ ਦੇ ਰਹੇ ਨੇ, ਇਹਨਾਂ ਦੇ ਸਾਰੀ ਸਿੰਘ ਸਭਾ ਦੇ ਨਾਲ ਮਿਲ ਕੇ ਔਰ ਇਹਨਾਂ ਦੇ ਸਾਰੇ ਪਰਿਵਾਰ ਜਿਹੜੇ ਇਹਨਾਂ ਨੇ ਆਪਣੀ ਸੰਸਥਾ ਬਣਾ ਰੱਖੀ ਆ ਉਹਨਾਂ ਨਾਲ ਮਿਲ ਕੇ ਅਸੀਂ ਇਹਨਾਂ ਦਾ ਸਹਿਯੋਗ ਦੇ ਸਦਕੇ ਇਹ ਸਾਰਾ ਕੁਝ ਕਰਦੇ ਪਏ। ਸਰ ਇੱਕ ਬੱਚੀ ਵੀ ਆਈ ਹੈ ਨਾਲ ਜੀ ਬਿਲਕੁਲ ਜੀ ਉਹਦੇ ਬੇਟੀ ਵੀ ਨਾਲ ਆਈ ਹੈ, 14 ਸਾਲ ਦੀ ਜਿਹਨੂੰ ਅਗਵਾ ਕੀਤਾ ਗਿਆ ਸੀਗਾ, ਉਹ ਵੀ ਅੱਜ ਵਾਪਸ ਨਾਲ ਆਈ ਆ, ਸੁਮੀਤ ਕੌਰ ਔਰ ਉਹਨਾਂ ਦੇ ਰਹਿਣ ਵਾਸਤੇ ਸਾਰਾ ਦਰਕਾਪਰੀ ਸਾਹਿਬ ਇੰਤਜ਼ਾਮ ਕੀਤਾ ਗਿਆ ਔਰ ਸਾਡੇ ਇੰਤਜ਼ਾਮ ਆਇਆ, ਗੱਡੀਆਂ ਨਾਲ ਆਈਆਂ ਲੈ ਕੇ ਜਿਸ ਸੰਗਤ ਜੀ ਹੈ ਤੁਸੀਂ ਸੁਣਿਆ ਕਿ ਜੋ 에ਅਰਪੋਰਟ ਤੋਂ ਬਾਹਰ ਨਿਕਲ ਕੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੇ ਜਿਹੜੇ ਬਿਆਨ ਤੁਸੀਂ ਸੁਣੇ ਸੀਗੇ। ਹੁਣ ਇਸ ਟਾਈਮ ਮਨਜਿੰਦਰ ਸਿੰਘ ਸਿਰਸਾ ਜੀ ਸਾਡੇ ਨਾਲ ਦਿੱਲੀ ਕਮੇਟੀ ਦੇ ਪ੍ਰਧਾਨ ਲਾਈਵ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ। ਸਿਰਸਾ ਸਾਹਿਬ ਤੁਹਾਨੂੰ ਆਵਾਜ਼ ਆ ਰਹੀ ਹੈ ਜੀ?
ਜੀ ਬਿਲਕੁਲ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਸਐਸਓ ਸਾਹਿਬ, ਹੁਣੇ ਤੁਹਾਡਾ ਬਿਆਨ ਅਸੀਂ ਸੁਣਿਆ ਔਰ ਤਸਵੀਰਾਂ ਵੀ ਉਹ ਸਕਰੀਨ ਤੇ ਚੱਲ ਰਹੀਆਂ, ਲਾਈਵ ਸੰਗਤਾਂ ਤੁਹਾਨੂੰ ਦੇਖ ਰਹੀਆਂ ਕਿ ਕਿਸ ਤਰੀਕੇ ਜੋ ਕਿ ਉਹ ਤਸੱਦਦ ਜਿਹੜੀ ਝੇਲ ਰਹੇ ਸੀਗੇ ਅਫਗਾਨਿਸਤਾਨ ਦੇ ਤਕਰੀਬਨ ਉਹ ਸਿੱਖ ਜਿਹੜੇ 11 ਸਿੱਖ ਅੱਜ ਭਾਰਤ ਪਰਤੇ ਨੇ। ਅੱਜ ਅਸੀਂ ਉਹਨਾਂ ਦੇ ਨਾਲ ਗੱਲ ਵੀ ਕੀਤੀ। ਗੁਰਦੁਆਰਾ ਰਕਾਬਗੰਜ ਸਾਹਿਬ ਗੁਰੂ ਅਰਜਨ ਦੇਵ ਨਿਵਾਸ ਦੇ ਵਿੱਚ ਉਹਨਾਂ ਨੂੰ ਜੋ ਹੈ ਦਿੱਲੀ ਕਮੇਟੀ ਵੱਲੋਂ ਜੋ ਰਿਹਾਇਸ਼ ਦਾ ਵੀ ਪ੍ਰਬੰਧ ਕੀਤਾ ਗਿਆ ਹੈਗਾ। ਸਾਰੀ ਉਹਨਾਂ ਪਰਿਵਾਰ ਦੇ ਨਾਲ ਆਪ ਬੀਤੀ ਜਾਣ ਕੇ ਆਏ ਆ। ਤੁਸੀਂ ਕੀ ਕਹਿਣਾ ਚਾਹੋਗੇ ਇਸ ਮਾਮਲੇ 'ਚ? ਦੇਖੋ, ਪਹਿਲੀ ਗੱਲ ਤੇ ਸਾਡੇ ਵਾਸਤੇ ਇਹ ਬਹੁਤ ਹੀ ਤਸੱਲੀ ਦੀ ਔਰ ਇੱਕ ਖੁਸ਼ੀ ਦੀ ਗੱਲ ਵੀ ਆ ਕਿ ਸਾਡੇ ਪਰਿਵਾਰ ਜਿਨ੍ਹਾਂ ਦੇ ਉੱਤੇ ਬਹੁਤ ਵੱਡਾ ਅਤਿਆਚਾਰ ਹੋ ਰਿਹਾ ਸੀ, ਜਿਵੇਂ ਉਹਨਾਂ ਨੇ ਅੱਜ ਆ ਕੇ ਦੱਸਿਆ, ਉਹਨਾਂ ਦੀ ਜਿਹੜੀ ਆ ਗਾਥਾ ਜਾਂ ਉਹਨਾਂ ਦਾ ਦਰਦ ਸੁਣਨ ਤੋਂ ਬਾਅਦ ਇਨਸਾਨ ਦੇ ਕੋਲ ਅਲਫਾਜ਼ ਮੁੱਕ ਜਾਂਦੇ ਨੇ ਜਿਸ ਤਰੀਕੇ ਦੇ ਉੱਥੇ ਹਾਲਾਤ ਬਣੇ ਹੋਏ ਨੇ। ਔਰ ਹਰੇਕ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਦੇਖੋ ਮਾਤਾ ਜੀ ਜਿਹੜੇ ਜਿਨ੍ਹਾਂ ਦਾ ਬਹੁਤ ਵੱਡਾ ਪਰਿਵਾਰ ਦਾ ਨੁਕਸਾਨ ਹੋਇਆ, ਬੱਚੇ ਮਾਰੇ ਗਏ, ਪਰਿਵਾਰ ਮਾਰਿਆ ਗਿਆ, ਤੇ ਆਖਰ ਚ ਉਹਨਾਂ ਦੀ ਇੱਕੋ ਗੱਲ ਸੀਗੀ ਅੱਜ ਵੀ ਕਿ ਚਲੋ ਮੇਰਾ ਧਰਮ ਤੇ ਬਚ ਗਿਆ, ਮੈਂ ਇੱਥੇ ਪਹੁੰਚੀ, ਮੇਰਾ ਧਰਮ ਤੇ ਬਚ ਗਿਆ। ਬਿਲਕੁਲ ਬਿਲਕੁਲ ਠੀਕ ਹੈ। ਜਦੋਂ ਤੁਸੀਂ ਇਹੋ ਜਿਹੀ ਗੱਲ ਸੁਣਦੇ ਜੇ ਤੇ ਤੁਹਾਡੇ ਲੋਈ ਕੰਡੇ ਖੜੇ ਹੋ ਜਾਂਦੇ ਨੇ, ਤੁਸੀਂ ਮਹਿਸੂਸ ਕਰਦੇ ਜੇ ਕਿ ਦੇਖੋ ਕਿਤਨੇ ਵੱਡੇ ਜ਼ੁਲਮ ਔਰ ਕਿਤਨਾ ਵੱਡਾ ਜੋ ਅਸੀਂ ਸੁਣਦੇ ਸਾਂ ਕਿਤਾਬਾਂ 'ਚ ਜਾਂ ਇਤਿਹਾਸ ਸੁਣਦੇ ਸਾਂ ਜਾਂ ਗੁਰੂ ਸਾਹਿਬਾਨਾਂ ਦੇ ਨਾਲ ਜੋ ਬੀਤਿਆ ਸੀ, ਜੋ ਪੁਰਾਣੇ ਸਮੇਂ, ਉਹੀ ਚੀਜ਼ਾਂ ਅੱਜ ਫਿਰ ਦੁਹਰਾਈਆਂ ਜਾ ਰਹੀਆਂ ਨੇ। ਸੋ ਕਿਤੇ ਨਾ ਕਿਤੇ ਬੜੀ ਤਸੱਲੀ ਹੋਈ ਆ ਕਿ ਪਰਿਵਾਰਾਂ ਨੂੰ ਇੱਥੇ ਲਿਆਉਣ 'ਚ ਕਾਮਯਾਬ ਹੋਏ ਔਰ ਆਉਣ ਵਾਲੇ ਦਿਨਾਂ ਦੇ ਅੰਦਰ ਬਾਕੀ ਪਰਿਵਾਰ ਵੀ ਜਿਹੜੇ ਸਾਰੇ ਸੁਰੱਖਿਅਤ ਪਹੁੰਚ ਜਾਣਗੇ ਤੇ ਇੱਕ ਬਹੁਤ ਵੱਡੀ ਹੈ ਸਾਡੇ ਵਾਸਤੇ ਇੱਕ ਤਸੱਲੀ ਵਾਲੀ ਖਬਰ ਹੋਊਗੀ। ਠੀਕ ਹੈ। ਤਾਂ ਜੇ ਆਪਾਂ ਜੇ ਗੱਲ ਕਰੀਏ ਅੱਜ ਜਿਸ ਤਰ੍ਹਾਂ 11 ਪਰਿਵਾਰ ਆਇਆ ਤੇ ਕੀ ਇਹਨਾਂ ਨੂੰ ਲਿਆਉਣ ਦੇ ਵਾਸਤੇ ਕਿਸ ਤਰੀਕੇ ਬੰਦੋਬਸਤ ਕੀਤੇ ਗਏ ਸੀਗੇ? ਕਿ ਪਹਿਲੇ ਤੋਂ ਕਨਵਰਸੇਸ਼ਨ ਚੱਲ ਰਹੀ ਆ, ਅਸੀਂ ਕਿਸ ਤਰ੍ਹਾਂ ਗੱਲਾਂ ਕਰ ਰਹੇ? ਨਹੀਂ ਦੇਖੋ, ਇਹ ਸਾਰੇ ਦਾ ਸਾਰਾ ਖੁਦ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹੜੇ ਨੇ ਉਹ ਖੁਦ ਆਪਣਾ ਮੋਨੀਟਰ ਕਰ ਰਹੇ ਨੇ। ਜਦੋਂ ਅਸੀਂ ਉਹਨਾਂ ਨੂੰ ਜਾ ਕੇ ਮੈਂ ਵਿਅਕਤੀਗਤ ਤੌਰ ਤੇ ਉਹਨਾਂ ਨੂੰ ਮਿਲ ਕੇ ਸਾਰੀ ਉਹਨਾਂ ਦੀ ਗੱਲਬਾਤ ਦੱਸੀ ਸੀਗੀ ਔਰ ਉਹਨਾਂ ਨੇ ਫਿਰ ਉਦੋਂ ਹੀ ਵਿਦੇਸ਼ ਮੰਤਰੀ ਜਿਹੜੇ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਆਪਾਂ ਨੂੰ ਤੁਰੰਤ ਲੈ ਕੇ ਆਉਣਾ ਚਾਹੀਦਾ ਹੈ। ਔਰ ਫਿਰ ਇਹ ਪ੍ਰਕਿਰਿਆ ਜਿਹੜੀ ਆ ਇਹ ਅੱਜ ਤੋਂ ਕੋਈ ਤਕਰੀਬਨ ਵੈਸੇ ਗੱਲਬਾਤ 3 ਮਹੀਨੇ ਤੋਂ ਚੱਲ ਰਹੀ ਸੀਗੀ। ਪ੍ਰਧਾਨ ਮੰਤਰੀ ਨਾਲ ਵੀ ਗੱਲਬਾਤ ਹੋਈ ਸੀ, ਸਰਦਾਰਨੀ ਹਰਸਿਮਰਤ ਕੌਰ ਬਾਦਲ ਦੀ, ਉਦੋਂ ਵੀ ਉਹਨਾਂ ਨੇ ਇੰਸ਼ੋਰ ਕੀਤਾ ਸੀ। ਲੇਕਿਨ ਕਿਉਂਕਿ ਫਲਾਈਟ ਜਿਹੜਾ ਫੋਰਨ ਜਿਹੜਾ ਸੀਗਾ ਲੋਕੀ ਫੋਰਨ ਦੇ ਬੈਨ ਸੀ, ਖਾਲੀ ਇੰਡੀਅਨ ਵਾਪਸ ਆ ਰਹੇ ਸੀ। ਸੋ ਫਿਰ ਜਦੋਂ ਦੁਬਾਰਾ ਉਹਨਾਂ ਨੇ ਗੱਲਬਾਤ ਸ਼ੁਰੂ ਕੀਤੀ, ਉਹਨਾਂ ਨੇ ਕਿਹਾ ਕਿ ਤੁਸੀਂ ਵੀਜ਼ੇ ਦੇ ਕੇ ਉਹਨਾਂ ਨੂੰ ਬੁਲਾਓ ਔਰ ਇਹ ਵੀ ਅਸ਼ੋਰ ਕੀਤਾ ਸਾਨੂੰ ਕਿ ਤੁਹਾਨੂੰ ਇਹਨਾਂ ਨੂੰ ਅਸੀਂ ਲੌਂਗ ਟਰਮ ਵੀਜ਼ਾ ਦੇ ਰਹੇ ਹਾਂ ਔਰ ਇੰਡੀਆ 'ਚ ਇਹਨਾਂ ਨੂੰ ਇਹਨਾਂ ਦੀ ਨਾਗਰਿਕਤਾ ਮਿਲੇ, ਇਹ ਵੀ ਅਸੀਂ ਇਹਨਾਂ ਨੂੰ ਬਣਾ ਕੇ ਇੱਥੋਂ ਦਾ ਨਾਗਰਿਕ ਵੀ ਬਣਾਵਾਂਗੇ। ਸੋ ਇਸ ਤਰੀਕੇ ਨਾਲ ਭਾਰਤ ਸਰਕਾਰ ਨੂੰ ਅਸੀਂ ਵੀ ਇਹ ਗੱਲ ਸਮਝਾਈ ਕਿ ਦੇਖੋ ਪਹਿਲਾਂ ਕੋਸ਼ਿਸ਼ ਕੀਤੀ ਗਈ ਸੀ, ਸਾਡੇ ਕੁਝ ਪਰਿਵਾਰ ਜਿਹੜੇ ਕੈਨੇਡਾ 'ਚ ਬੈਠੇ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿਸੇ ਤਰੀਕੇ ਕੈਨੇਡਾ ਦੀ ਸਰਕਾਰ ਇਹਨਾਂ ਨੂੰ ਵੀਜ਼ਾ ਦੇ ਦੇ, ਲੇਕਿਨ ਉਹ ਗੱਲ ਨਹੀਂ ਬਣੀ। ਪਹਿਲਾਂ ਇਨੀਸ਼ੀਅਲ ਸਟੇਜ ਤੇ ਇਹੀ ਕੋਸ਼ਿਸ਼ ਕੀਤੀ ਗਈ ਸੀ, ਠੀਕ ਹੈ, ਲੇਕਿਨ ਉਹ ਗੱਲ ਨਹੀਂ ਬਣੀ। ਫਿਰ ਆਖਿਰਕਾਰ ਜਦੋਂ ਉਹ ਗੱਲ ਨਹੀਂ ਬਣੀ ਫਿਰ ਉਹਨਾਂ ਨੇ ਕਿਹਾ ਕਿ ਨਹੀਂ ਬਣ ਸਕਦਾ। ਫਿਰ ਉਹਨਾਂ ਨੇ ਸਾਨੂੰ ਰਿਟਨ 'ਚ ਲਿਖ ਕੇ ਭੇਜਿਆ ਉੱਥੋਂ ਜੋ ਉੱਥੋਂ ਦੇ ਅਫਗਾਨਿਸਤਾਨ ਦੇ ਸਾਡੀ ਸਿੰਘ ਸਭਾ ਉਹਨਾਂ ਨੇ ਔਰ ਜਿਹੜੇ ਸਾਡੇ ਪਰਿਵਾਰ ਅਮਰੀਕਾ 'ਚ ਹੈਂਡਲ ਕਰ ਰਹੇ ਸੀ ਉਹਨਾਂ ਸਭ ਨੂੰ ਮੈਨੂੰ ਕਿਹਾ ਤੁਸੀਂ ਰਿਟਨ 'ਚ ਦਿਓ, ਫਿਰ ਹੀ ਮੈਂ ਸਰਕਾਰ ਨਾਲ ਗੱਲਬਾਤ ਕਰੂੰਗਾ। ਫਿਰ ਉਹ ਰਿਟਨ 'ਚ ਮੈਨੂੰ ਲਿਖ ਕੇ ਦਿੱਤਾ ਵੀ ਅਸੀਂ ਇਸ ਤਰੀਕੇ ਨਾਲ ਇੰਨੇ ਪਰਿਵਾਰ ਆਉਣਾ ਚਾਹੁੰਦੇ ਹਾਂ। ਫਿਰ ਮੈਂ ਸਰਕਾਰ ਕੋਲ ਟੇਕ ਅਪ ਕੀਤਾ ਔਰ ਸਰਕਾਰ ਨੇ ਜਿਹੜਾ ਇਹ ਹੁਣ 15 ਦਿਨ ਪਹਿਲਾਂ ਜਦੋਂ ਅਸੀਂ ਦੁਬਾਰਾ ਮਿਲੇ ਸੀਗੇ ਤੇ ਉਹਨਾਂ ਨੇ ਤੁਰੰਤ ਵਿਦੇਸ਼ ਮੰਤਰੀ ਨੂੰ ਕਿਹਾ ਕਿ ਹੁਣ ਲਿਆਂਦਾ ਜਾ ਸਕਦਾ, ਕੋਈ ਦਿੱਕਤ ਨਹੀਂ ਹੈਗੀ, ਤੁਸੀਂ ਉਹਨਾਂ ਨੂੰ ਅਲਾਓ ਕਰੋ, ਇਮੀਡੀਏਟਲੀ ਵੀਜ਼ੇ ਦਿਓ। ਫਿਰ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਇੱਕ ਅੰਡਰਟੇਕਿੰਗ ਦੇ ਦਿਓ ਕਿ ਤੁਸੀਂ ਉਹਨਾਂ ਨੂੰ ਸੰਭਾਲੋਗੇ ਇੱਥੇ ਆਇਆਂ ਨੂੰ। ਤੇ ਅਸੀਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਅੰਡਰਟੇਕਿੰਗ ਦਿੱਤੀ ਕਿ ਜਿਹੜੇ ਪਰਿਵਾਰ ਆਉਣਗੇ ਅਸੀਂ ਉਹਨਾਂ ਨੂੰ ਇੱਥੇ ਸੰਭਾਲਾਂਗੇ। ਠੀਕ ਹੈ। ਤੇ ਉਸ ਤੋਂ ਇਲਾਵਾ ਆਪਾਂ ਜਾਣਨਾ ਚਾਹਾਂਗੇ, ਤੁਹਾਡੇ ਬਿਆਨ ਦੇ ਵਿੱਚ ਵੀ ਤੁਸੀਂ ਦੱਸ ਰਹੇ ਸੀ, ਜ਼ਿਕਰ ਕਰ ਰਹੇ ਸੀਗੇ ਕਿ ਵੀ ਜਿਹੜਾ ਹੈਗਾ ਕਿ ਹੋਰ ਵੀ ਕੁਝ ਜਥਿਆਂ ਦੀ ਜਿਹੜੀ ਹੈਗੀ ਕਿ ਵਾਪਸੀ ਸ਼ੁਰੂ ਹੋਏਗੀ ਇਸ ਤਰੀਕੇ ਆਉਂਦੇ ਹੋਏ। हाँ देखो जी, ਅਸੀਂ ਦੇਖੋ ਕੋਈ ਤਕਰੀਬਨ 400 ਲੋਕਾਂ ਦੇ ਆਸ-ਪਾਸ ਲੋਕਾਂ ਕੋਲ ਵੀਜ਼ਾ ਪਾਸਪੋਰਟ ਹੈਗੇ ਨੇ ਔਰ ਕੁਝ ਲੋਕ ਨੇ ਜਿਨ੍ਹਾਂ ਦੇ ਕੋਲ ਪਾਸਪੋਰਟ ਵੀ ਨਹੀਂ ਹੈਗੇ। ਠੀਕ ਹੈ। ਉਹ ਵੀ ਕੁਝ ਲੋਕ ਹੈਗੇ ਨੇ, ਉਹਨਾਂ ਦੇ ਪਾਸਪੋਰਟ ਨੂੰ ਫੋਲੋ ਅਪ ਕਰਦੇ ਪਏ ਆ ਔਰ ਜਿਹੜੇ ਲੋਕਾਂ ਕੋਲ ਵੀਜ਼ੇ ਪਾਸਪੋਰਟ ਹੈਗੇ ਨੇ ਉਹਨਾਂ ਦਾ ਵੀਜ਼ਾ ਪ੍ਰੋਸੈਸ ਕਰਕੇ ਕੋਸ਼ਿਸ਼ ਇਹ ਹੈਗੀ ਆ ਕਿ ਅਗਸਤ ਦੇ ਮਹੀਨੇ ਦੇ ਅੰਦਰ ਜਿਨ੍ਹਾਂ ਦੇ ਕੋਲ ਪਾਸਪੋਰਟ ਉਹਨਾਂ ਸਭ ਨੂੰ ਇੰਡੀਆ 'ਚ ਲੈ ਆਂਦਾ ਜਾਵੇ। ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ। ਯਾਨੀ ਕਿ ਹੋਰ ਵੀ ਜਿਹੜਾ ਹੈਗਾ ਇਸ ਤਰ੍ਹਾਂ ਦੇ ਜੱਥੇ ਜਿਹੜਾ ਲੱਗਦਾ ਤੁਹਾਨੂੰ ਲੱਗਦਾ ਕਿ ਵੀ ਉਹ ਆ ਸਕਦੇ? ਨਹੀਂ ਆਉਣਗੇ ਜੀ, ਉਹ ਤੇ ਕਨਫਰਮ ਹੋ ਗਏ, ਵੀਜ਼ੇ ਲੱਗਣੇ ਸ਼ੁਰੂ ਹੋ ਗਏ। 70 ਲੋਕਾਂ ਦਾ ਵੀਜ਼ਾ ਜਿਹੜਾ ਹੋਰ ਔਨ ਇਨ ਪ੍ਰੋਸੈਸ ਆ, ਮੇਬੀ ਟਿਊਜ਼ਡੇ ਤੱਕ ਉਹਨਾਂ ਦਾ ਵੀਜ਼ਾ ਪ੍ਰੋਸੈਸ ਹੋ ਕੇ ਹੋ ਜਾਊਗਾ ਔਰ ਫਿਰ ਉਹਨਾਂ ਨੂੰ ਅਗਲੇ ਕੇ ਆਉਣਾ। ਫਿਰ 200 ਕੁਝ ਲੋਕਾਂ ਦਾ ਅਗਲੇ ਬੈਚ ਅੰਦਰ ਆ। ਸੋ ਆਲਰੇਡੀ ਪ੍ਰੋਸੈਸ ਅੰਦਰ ਸਾਰਾ ਕੰਮ। ਨਿਦਾਨ ਸਿੰਘ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੋਏਗੀ, ਕਿਸ ਤਰੀਕੇ ਦੀ ਤਸੱਦਦ ਤੋਂ ਝੇਲ ਰਹੇ ਸੀ, ਕੁਝ ਬਿਆਨ ਕੀਤਾ ਉਹਨਾਂ ਨੇ? ਜੀ ਉਹਨਾਂ ਨੇ ਦੱਸਿਆ ਕਿ ਮੇਰੇ ਨਾਲ ਕਿਸ ਤਰ੍ਹਾਂ ਤਸ਼ੱਦਦ ਹੋਈ, ਕਿੰਨੇ ਮੀਲੋਂ ਮੀਲ ਮੈਨੂੰ ਪੈਦਲ ਦੌੜਾਇਆ ਗਿਆ ਔਰ ਮੇਰੇ ਨੰਗੇ ਪੈਰ ਔਰ ਮੈਨੂੰ ਲੱਗ ਰਿਹਾ ਸੀ ਕਿ ਹੁਣ ਮੈਂ ਆਪਣੀ ਜ਼ਿੰਦਗੀ 'ਚ ਕਦੀ ਦੁਬਾਰਾ ਆਪਣੇ ਬੱਚਿਆਂ ਨੂੰ ਦੇਖ ਨਹੀਂ ਸਕਣਾ। ਔਰ ਇੱਕੋ ਹੀ ਗੱਲ ਮੈਨੂੰ ਕਹਿੰਦੇ ਸੀ ਕਿ ਤੂੰ ਏਜੰਟ ਆ, ਤੂੰ ਹਿੰਦੁਸਤਾਨ ਦਾ ਏਜੰਟ ਆ, ਤੂੰ ਹਿੰਦੁਸਤਾਨ ਦਾ ਏਜੰਟ ਆ, ਇਹ ਕਹਿ ਕੇ ਔਰ ਜਿਹੜਾ ਮੇਰੇ ਨਾਲ ਬਹੁਤ ਮੇਰੇ ਤੇ ਉਹਨਾਂ ਤਸ਼ੱਦਦ ਕੀਤੀ ਔਰ ਆਖਰ 'ਚ ਫਿਰ ਮੈਂ ਆਪਣੇ ਆਪ ਨੂੰ ਸਰੈਂਡਰ ਹੀ ਕਰਤਾ ਸੀ ਵੀ ਹੁਣ ਮੈਂ ਬਚਣਾ ਤੇ ਹੈ ਨਹੀਂ, ਕੁਛ ਹੈ ਤੇ ਹੈ ਨਹੀਂ ਮੇਰੇ ਕੋਲ।
ਔਰ ਮੈਨੂੰ ਜਾਨਵਰਾਂ ਵਾਂਗੂ ਜੋ ਵੀ ਹੁੰਦਾ ਤੇ ਤੁਹਾਨੂੰ ਪਤਾ ਜੋ ਰੂਟੀਨ ਦੇ ਅੰਦਰ ਸਭ ਨਾਲ ਹੀ ਹੁੰਦਾ, ਹੁਣ ਇਹਦੇ ਅੰਦਰ ਕੀ ਅਲਫਾਜ਼ਾਂ 'ਚ ਕਿਹਾ ਜਾਵੇ। ਠੀਕ ਹੈ ਜੀ। ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਉਮੀਦ ਕਰਦੇ ਕਿ ਜੋ ਐਸੇ ਤਰੀਕੇ ਜੱਥੇ ਜਿਹੜੇ ਹੈ ਜੇ ਆਉਂਦੇ ਹੈ ਤੇ ਜੇ ਉਹਨਾਂ ਦੀ ਜਿਹੜੀ ਸੁਰੱਖਿਆ ਨੂੰ ਜਿਹੜਾ ਯਕੀਨੀ ਬਣਾਇਆ ਜਾਏਗਾ। ਹੋਰ ਦਿੱਲੀ ਕਮੇਟੀ ਵੱਲੋਂ ਅੱਜ ਆਪਾਂ ਜੋ ਤਸਵੀਰਾਂ ਦੇਖ ਰਹੇ ਹਾਂ ਕਿ ਉਹ ਪਰਿਵਾਰ ਜਿਹੜੇ ਗੁਰੂ ਅਰਜਨ ਦੇਵ ਨਿਵਾਸ ਦੇ ਵਿੱਚ ਰਿਹਾਇਸ਼ ਕਰ ਰਹੇ ਨੇ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਿਸਟਰ ਸਾਹਿਬ। ਧੰਨਵਾਦ ਜੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਇਹ ਸਾਡੀ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਗੱਲਬਾਤ ਹੋਈ ਹੈ ਔਰ ਕਿਉਂਕਿ ਅੱਜ ਉਸ ਮੌਕੇ ਤੇ ਮੌਜੂਦ ਸੀਗੇ ਕੁਝ ਹੋਰ ਵੀ ਸੱਜਣ ਉੱਥੇ ਸੀਗੇ ਜਿਹੜੇ ਉਹਨਾਂ ਦੇ ਨਾਲ ਵੀ ਅਸੀਂ ਅੱਜ ਜੋ ਹੈ ਗੱਲਬਾਤ ਅਸੀਂ ਕਰਦੇ ਹਾਂ ਜੀ। मैं तो एक बेनती करांगा कि मेरा नाम प्यारा सिंह सजनालगढ़ जी। मैं 2018 जो हादसा होया सी ना, ये 10 अफगानिस्तान गया सी, 40 दिन अफगानिस्तान गुजार के सारे गुरुद्वारे का मंदिर का सब चीज़ का वेरवा मेरे पास है। तो मैं निमरता से बेनती कर रहा हाँ कि ये संदेश मोदी जी ने भी पहुँचाओ, जोड़े बंदे साढ़े आ रहे हैं आप इन्होंने भी पूर्ण तौर पर सहयोग करके वीजे का प्रॉब्लम जो नेशनलिटी आपने हमारे साथ जबान किया है वो जल्दी करवा के, क्योंकि हमारे को ये राहत मिल जाए। हम हिंदुस्तान का प्रधानमंत्री का श्री मोदी जी का, अमित शाह जी का, सरसे जी का, मंजीत सिंह जी के का और बहुत सोसाइटियां हैं ਜਿਹੜਾ ਸਾਡੇ ਨਾਲ पूर्ण तौर पर सहयोग किया है और कर रहे हैं। मैं सारे का तह दिलों धन्यवाद कर रहा हूँ। वाहिगुरू जी का खालसा, वाहिगुरू जी की फतेह। देखो आज ये देश के लिए बहुत बड़ी बात है कि जो कानून हमारे गृह मंत्री लेके आए और उनके तहत आज ये 11 लोग जो अफ़गानिस्तान से आए हैं अपनी ज़िंदगी का दूसरा पड़ाव जो मैं समझता हूँ कि इनकी आज नई ज़िंदगी शुरू होने जा रही है। बीबा हरसिमरत कौर बादल ने बार बार अर्थक प्रयासों से जो गृह मंत्री जी को फोर्स किया और इनको लाने की यहाँ बात की, आज उसकी वजह से यहाँ पहुँचे और हमने दिल्ली सिख गुरुद्वारा प्रबंधक कमेटी ने यह इनको आश्वासन दिया कि दिल्ली सिख गुरुद्वारा प्रबंधक कमेटी जब तक इनके ठहरने का, रहने का, खाने का इंतजाम नहीं होगा हम इनको अपने पास संभालेंगे। और इनके साथ साथ जो अगले आने वाले समय में 600 लोगों की लिस्ट तैयार है, सबको गुरुद्वारा प्रबंधक कमेटी देखने के लिए तैयार है। और मैं समझता हूँ कि जिस नरक को भोग के ये लोग आ रहे हैं इनके लिए वाकई दूसरा जीवन है और हम सारे इनके सहयोगी बन के इनके साथ खड़े हैं। वाहिगुरू जी का खालसा, वाहिगुरू जी की फतेह। ਅਸੀਂ ਇਸ ਵੇਲੇ VIP ਜਿਹੜਾ ਲਾਉਂਜ ਹੈ 에ਅਰਪੋਰਟ ਦਾ ਉੱਥੇ ਹੈਗੇ ਔਰ ਅਫਗਾਨਿਸਤਾਨ ਤੋਂ ਜਿਹੜੇ 11 ਲੋਕ ਆ ਰਹੇ ਨੇ ਜਿਨ੍ਹਾਂ ਦੇ ਵਿੱਚੋਂ 25 ਜਾਂ 14 ਸਾਲ ਦੇ ਜਿਹਨੂੰ ਅਗਵਾ ਕੀਤਾ ਗਿਆ ਸੀ, ਜਿਹਦੇ 'ਚੋਂ ਨਿਧਾਨ ਸਿੰਘ ਨੇ ਜਿਨ੍ਹਾਂ ਨੂੰ ਅਗਵਾ ਕੀਤਾ ਗਿਆ ਸੀ ਆ ਰਹੇ ਨੇ। ਗੁਰਦੁਆਰਾ ਸਾਹਿਬ ਖਜਿੰਦਰ ਸਿੰਘ ਇੱਥੇ ਔਰ ਕਾਬੁਲ ਦੀ ਕਾਫੀ ਜਿਹੜੇ ਇੱਥੋਂ ਦੇ ਲੀਡਰ ਸਾਹਿਬਾਨ ਨੇ ਉਹ ਸਾਰੇ ਇੱਥੇ ਆਏ ਹੋਏ ਨੇ ਗੁਰੂ ਅਰਜਨ ਸਾਹਿਬ ਗੁਰਦੁਆਰੇ ਤੋਂ। ਔਰ ਇਸ ਪਾਸੇ ਮੀਡੀਆ ਤੁਸੀਂ ਦੇਖ ਸਕਦੇ ਹੋ ਔਰ ਮੈਂ ਸਮਝਦਾ ਹਾਂ ਕਿ ਇੰਡੀਅਨ ਗਵਰਨਮੈਂਟ ਦੀ ਬਹੁਤ ਵੱਡੀ ਉਪਲਬਧੀ ਹੈ ਕਿ ਜਿਹੜੇ ਲੋਕਾਂ ਨੂੰ ਉੱਥੇ ਖਤਰੇ 'ਚ ਨੇ ਉਹਨਾਂ ਨੂੰ ਲਿਆਉਣਾ ਸ਼ੁਰੂਆਤ ਕੀਤੀ ਹੈ। ਮੈਂ ਵਧਾਈ ਦਿੰਦਾ ਮੋਦੀ ਸਾਹਿਬ ਨੂੰ, ਅਮਿਤ ਸ਼ਾਹ ਜੀ ਨੂੰ, ਫੋਰਨ ਮਿਨਿਸਟਰੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸੰਗਤ ਜੀ ਲਗਾਤਾਰ ਤੁਹਾਡੇ ਨਾਲ ਜੁੜੇ ਹੋਏ ਆ। ਤੁਸੀਂ ਸੁਣਿਆ ਕਿ ਕਿਸ ਤਰੀਕੇ ਲਗਾਤਾਰ ਤੁਹਾਨੂੰ ਜੋੜ ਰਹੇ ਆ ਕਿ ਜੋ ਅਫਗਾਨਿਸਤਾਨ ਤੋਂ ਜੋ ਸਿੱਖ ਸੰਗਤਾਂ ਦਾ ਜੋ ਜੱਥਾ ਜਿਹੜਾ ਹੈਗਾ ਅੱਜ ਪਹੁੰਚਿਆ ਹੈਗਾ ਉਹ ਤੁਸੀਂ ਤਸਵੀਰਾਂ ਦੇਖ ਰਹੇ ਹੈਗੇ ਜਿਸ ਦੇ ਵਿੱਚ ਸਾਰੇ ਹੀ ਜੋ ਕਿ ਅੱਜ ਜੋ ਦਿੱਲੀ ਦੀ ਸਿੱਖ ਜਥੇਬੰਦੀਆਂ ਉੱਥੇ ਵਿੱਚ ਮੌਜੂਦ ਸੀਗੀਆਂ। ਸਾਡੇ ਨਾਲ ਐਸੇ ਮੁੱਦੇ ਤੇ ਗੱਲਬਾਤ ਕਰਨ ਵਾਸਤੇ RP ਸਿੰਘ ਜੀ ਜੁੜੇ ਹੋਏ ਨੇ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨੈਸ਼ਨਲ ਸੈਕਟਰੀ ਨੇ। ਹੋਰ ਕਿਉਂਕਿ ਭਾਰਤ ਸਰਕਾਰ ਵੱਲੋਂ ਇਸ ਦੇ ਵਿੱਚ ਵੀਜ਼ਾ ਦੇਣ ਦੇ ਵਿੱਚ ਕਾਫੀ ਇੱਕ ਵੱਡਾ ਮਹੱਤਵਪੂਰਨ ਯੋਗਦਾਨ ਜੋ ਇਹਦੇ ਵਿੱਚ ਨਿਭਾਇਆ ਗਿਆ ਹੈ ਔਰ BJP ਸਰਕਾਰ ਵੱਲੋਂ ਜੋ ਹੈ ਅੱਜ ਜੋ ਆਦੇਸ਼ ਗੁਪਤਾ ਜੀ ਜਿਹੜੇ ਦਿੱਲੀ ਦੇ ਜੋ ਪ੍ਰੈਜ਼ੀਡੈਂਟ ਨੇ ਭਾਰਤੀ ਜਨਤਾ ਪਾਰਟੀ ਦੇ ਉਹ ਵੀ ਇੱਥੇ ਮੌਜੂਦ ਸੀਗੇ ਔਰ RP ਸਿੰਘ ਜੀ ਵੀ ਸਰਦਾਰ RP ਸਿੰਘ ਵੀ ਜਦੋਂ ਰਿਸੀਵ ਕਰਦੇ ਹੋਏ ਉੱਥੇ ਤਸਵੀਰਾਂ ਵਿੱਚ ਤੁਹਾਨੂੰ ਨਜ਼ਰ ਆ ਰਹੇ ਆ। ਸਾਡੇ ਨਾਲ ਜੁੜੇ ਹੋਏ ਨੇ RP ਸਿੰਘ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ ਜੀ? बहुत मध्यम है आवाज आ तेरी बहुत। हाँ जी ठीक है हाँ जी। RP ਸਿੰਘ ਜੀ ਮੈਂ ਚਾਹਾਂਗਾ ਕਿ ਜਰੂਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਕੀ ਕਹਿਣਾ ਚਾਹੋਗੇ ਅੱਜ ਜੋ ਕਿ 11 ਸਿੱਖਾਂ ਦਾ ਜਿਹੜਾ ਜੱਥਾ ਹੈਗਾ ਅਫਗਾਨਿਸਤਾਨ ਤੋਂ ਪਰਤਿਆ ਹੈਗਾ ਔਰ ਜਿਹੜਾ ਹੈਗਾ ਤੁਹਾਡੀ ਤਸਵੀਰਾਂ ਦੇਖ ਰਿਹਾ ਕਿਸ ਤਰੀਕੇ ਜੋ ਵੈਲਕਮ ਕੀਤਾ ਜਾ ਰਿਹਾ ਉਹਨਾਂ ਦਾ, ਕੀ ਕਹਿਣਾ ਚਾਹੋਗੇ? नहीं ये तो सारी सरकार की पॉलिसी नवी बनी है जी CA के अंतर्गत है कि ਜਿਹੜੇ ਵੀ ਧਾਰਮਿਕ ਤੌਰ ਤੇ ਪ੍ਰਤਾੜਿਤ ਲੋਕ ਨੇ ਜਿਨ੍ਹਾਂ ਨੂੰ ਉੱਥੇ ਧਾਰਮਿਕ ਤੌਰ ਤੇ ਪ੍ਰਤਾੜਨਾ ਦਿੱਤੀ ਜਾਂਦੀ, ਤੰਗ ਕੀਤਾ ਜਾਂਦਾ ਹੈ, ਉਹਨਾਂ ਨੂੰ ਹਿੰਦੁਸਤਾਨ ਵਿੱਚ ਆਉਣ, ਸਵਾਗਤ ਹੈ ਉਹਨਾਂ ਨੂੰ ਔਰ ਇੱਥੇ ਕੋਈ ਪੀਰੀਅਡ ਰਹਿਣਾ ਪਏਗਾ। ਇੱਥੇ ਸਿਟੀਜ਼ਨਸ਼ਿਪ ਹਿੰਦੁਸਤਾਨ ਦੀ ਮਿਲੇਗੀ। ਇਹ ਜਿਹੜੇ ਪਰਿਵਾਰ ਆਏ ਨੇ ਇਹਦੇ ਚੋਂ ਜਿਹੜੇ ਅੱਜ ਲੋਕੀ ਆਏ ਨੇ ਇਹਦੇ ਚੋਂ ਨਾਨਕ ਨਾਮਦੇਵਾ ਹੈਗੇ ਨੇ ਇਹਦੇ 'ਚ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਵਾਈਫ ਨੇ ਇੱਥੇ ਅਪਲਾਈ ਕੀਤਾ ਸੀ ਕਿ ਅਸੀਂ
ਹਿੰਦੁਸਤਾਨ ਦੀ ਸਿਟੀਜ਼ਨਸ਼ਿਪ ਲੈਣਾ ਚਾਹੁੰਦੇ ਆ ਪ੍ਰਧਾਨ ਮੰਤਰੀ ਨੂੰ, ਤੇ ਹੁਣ ਪ੍ਰੋਸੈਸ ਸ਼ੁਰੂ ਹੋਏਗਾ ਉਹਨਾਂ ਦਾ, ਕਿਉਂਕਿ ਹੁਣ ਨਵਾਂ ਜਿਹੜਾ ਕਾਨੂੰਨ ਹੈ ਉਹਦੇ ਅੰਤਰਗਤ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲ ਸਕਦੀ ਹੈ। ਠੀਕ ਹੈ ਤੇ ਆਰਪੀ ਸਿੰਘ ਜੀ, ਜਿਸ ਤਰੀਕੇ ਸਵਾਗਤ ਕੀਤਾ ਗਿਆ ਸੀਗਾ ਤੁਹਾਡੇ ਵੱਲੋਂ, ਹੋਰ ਤੁਹਾਡੀ ਜਥੇਬੰਦੀ ਵੀ ਮੌਜੂਦ ਸੀਗੀ ਔਰ ਆਦੇਸ਼ ਗੁਪਤਾ ਜੀ ਉਹਦੇ ਵਿੱਚ ਮੌਜੂਦ ਸੀਗੇ, ਦਿੱਲੀ ਕਮੇਟੀ ਦੇ ਵੀ ਸਾਰੀ ਜੋ ਕਿ ਜਥੇਬੰਦੀਆਂ ਮੌਜੂਦ ਸੀਗੇ, ਤੇ ਜਦੋਂ ਵੈਲਕਮ ਕੀਤਾ ਜਾ ਰਿਹਾ ਸੀ ਸਾਰੀ ਫੈਮਿਲੀ ਦੀਆਂ, ਤੇ ਕਿੱਦਾਂ ਦਾ ਮਹਿਸੂਸ ਕਰ ਰਹੇ ਸੀਗੇ? ਥੋੜੇ ਵਾਰ ਆਦੇਸ਼ ਗੁਪਤਾ ਉੱਥੇ ਹੈਗੇ ਸਨ, ਇੱਥੇ ਕੋਈ ਮੇਰੀ ਪਾਰਟੀ ਦੇ ਦਿੱਲੀ ਦੇ ਪ੍ਰੈਜ਼ੀਡੈਂਟ ਨੇ। ਹਾਂਜੀ। ਔਰ ਮੈਂ ਉੱਥੇ ਹੈਗਾ ਸੀ ਕਿਉਂਕਿ ਮੈਂ ਪਾਰਟੀ ਦਾ ਅਹੁਦੇਦਾਰ ਨੈਸ਼ਨਲ ਸੈਕਟਰੀ ਹਾਂ ਦਿੱਲੀ ਚ ਰਹਿੰਦਾ। ਹਾਂਜੀ। ਸਾਡਾ ਆਬਜੈਕਟਿਵ ਕਿ ਇੱਕ ਮੈਸੇਜ ਆਏ, ਜਿਹੜੇ ਲੋਕੀ ਪ੍ਰਤਾੜਿਤ ਨੇ, ਤੰਗ ਨੇ, ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼, ਇਹ ਆਸ-ਪਾਸ ਦੇ ਇਲਾਕਿਆਂ ਚ, ਉਹ ਹਿੰਦੁਸਤਾਨ ਅਗਰ ਆਉਣਾ ਚਾਹੁੰਦੇ ਨੇ, ਉੱਥੇ ਅਗਰ ਤੰਗ ਹੋ ਰਹੇ, ਜਿਵੇਂ ਪਿੱਛੇ ਅਗਰ ਤੁਹਾਨੂੰ ਯਾਦ ਹੋਏ ਨਨਕਾਣਾ ਸਾਹਿਬ ਗੁਰਦੁਆਰੇ ਸਾਡੇ ਗ੍ਰੰਥੀ ਸਾਹਿਬ ਦੀ ਬੇਟੀ ਨੂੰ ਅਗਵਾ ਕਰ ਲਿਆ ਗਿਆ ਸੀ। ਈਵਨ ਇਹ ਜਿਹੜੇ ਹੁਣ ਵੀ ਆਏ ਨੇ, ਇੱਕ ਬੇਟੀ ਨੂੰ ਅਗਵਾ ਕਰ ਲਿਆ ਗਿਆ, ਨਿਦਾਨ ਸਿੰਘ ਤੋਂ ਹੈ, ਇੱਕ ਬੇਟੀਆਂ ਨੂੰ ਅਗਵਾ ਕਰ ਲਿਆ ਨੇ, ਉਹ ਅਗਵਾ ਕਰ ਲਿਆ ਗਿਆ ਸੀ, ਉਹਦੇ ਨਾਲ ਮਾੜਾ ਕੰਮ ਵੀ ਕੀਤਾ ਗਿਆ, ਤੇ ਪੂਰਾ ਪਰਿਵਾਰ ਉੱਥੇ ਖੱਜਲ ਹੋ ਰਿਹਾ ਸੀ। ਕਈ ਪਰਿਵਾਰ ਨੇ ਜਿਹੜੇ, ਕਿਉਂਕਿ ਉੱਥੇ ਉਹ ਇਨਟੋਲਰੈਂਟ ਸਟੇਟਸ ਨੇ, ਅਫਗਾਨਿਸਤਾਨ, ਪਾਕਿਸਤਾਨ, ਇਹ ਇਨਟੋਲਰੈਂਟ ਸਟੇਟ ਨੇ, ਉਹ ਕਿਉਂਕਿ ਉੱਥੇ ਲੋਕੀ ਤੰਗ ਹੁੰਦੇ ਨੇ, ਇੰਟੋਲਰੈਂਸ ਹੈਗੀ ਹੈ, ਸਾਡੇ ਬੱਚਿਆਂ ਨੂੰ ਕਨਵਰਟ ਕੀਤਾ ਜਾਂਦਾ ਹੈ, ਸਾਡੀ ਬੇਟੀਆਂ ਨੂੰ ਉੱਥੇ ਜਿਹੜੀਆਂ ਧੀਆਂ ਪਹਿਲਾਂ ਨੂੰ ਉਹ ਲੈ ਜਾਂਦੇ ਨੇ, ਜ਼ਬਰਦਸਤੀ ਕਰਦੇ ਨੇ, ਉਹਨੂੰ ਅੱਗੇ ਕਈ ਜਗ੍ਹਾ ਵੇਚਦੇ ਵੀ ਨੇ। ਇਹ ਔਨਗੋਇੰਗ ਹੀ ਚੱਲ ਰਿਹਾ ਔਰ ਕਈ ਸਾਲਾਂ ਤੋਂ ਚੱਲ ਰਿਹਾ, ਔਰ ਉਹ ਹਿੰਦੁਸਤਾਨ ਆਉਣਾ ਚਾਹੁੰਦੇ ਨੇ। ਹਿੰਦੁਸਤਾਨ ਅਗਰ ਉਹਨਾਂ ਨੂੰ ਜਗ੍ਹਾ ਨਹੀਂ ਜਗ੍ਹਾ ਤੇ ਕਿੱਥੇ ਜਾਂਗੇ ਦੁਨੀਆ 'ਚ? ਕੋਈ ਸਿੱਖਾਂ ਔਰ ਹਿੰਦੂ ਵਾਸਤੇ ਤੇ ਸਿਰਫ ਹਿੰਦੁਸਤਾਨ ਇੱਕ ਦੇਸ਼ ਹੈ ਜਿੱਥੇ ਆ ਸਕਦੇ ਨੇ, ਉਹ ਜਿੱਥੇ ਸਿਟੀਜ਼ਨਸ਼ਿਪ ਆਪਣੀ ਮੰਗ ਸਕਦੇ ਨੇ। ਠੀਕ ਹੈ, ਤੇ ਅੱਗੇ ਤੇ ਇਹਨਾਂ ਨੂੰ ਜਿਹੜੀ ਇੱਕ ਪੱਕੀ ਸਿਟੀਜ਼ਨਸ਼ਿਪ ਦਿੱਤੀ ਜਾਏ, ਜਾਂ ਜਿਹੜਾ, ਕਿਉਂਕਿ ਹਾਜੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜਾ ਰਿਹਾ ਕਿ ਵੀਜ਼ਾ ਤੇ ਆਏ ਨੇ, ਤੇ ਇਹਨਾਂ ਦੀ ਸਿਟੀਜ਼ਨਸ਼ਿਪ ਵਾਸਤੇ ਕੀ ਕਾਰਜ ਕੀਤੇ ਜਾਣਗੇ ਭਾਰਤ ਸਰਕਾਰ ਵੱਲੋਂ? ਉਹ ਪ੍ਰੋਸੈਸ ਹੈਗਾ, ਹੁਣ ਤੇ ਸੀਐਮ ਦੇ ਅੰਦਰ ਇੱਕ ਪ੍ਰੋਸੈਸ ਹੋ ਗਿਆ, ਇੱਕ ਪ੍ਰੋਪਰ ਪ੍ਰੋਸੈਸ ਹੋ ਗਿਆ, ਉਹ ਹੁਣ ਅਪਲਾਈ ਕਰ ਦੇਣਗੇ, ਉਹਦੇ ਅੰਤਰਗਤ ਸਿਟੀਜ਼ਨਸ਼ਿਪ ਮਿਲ ਜਾਏਗੀ। ਔਰ ਟਾਈਮ ਬਾਉਂਡ ਪ੍ਰੋਸੈਸ ਹੈਗਾ, ਉਹ ਟਾਈਮ ਬਾਉਂਡ ਪ੍ਰੋਸੈਸ ਵਿੱਚ ਜਿਹੜੇ ਆਉਣਗੇ ਉਹਨਾਂ ਨੂੰ ਇੱਥੇ ਸਿਟੀਜ਼ਨਸ਼ਿਪ ਦਿੱਤੀ ਜਾਏਗੀ। ਉਹ 11 ਆਏ ਨੇ ਅੱਜ, ਮੈਨੂੰ ਪਤਾ ਲੱਗਾ ਕੋਈ 7-8 ਤੋਂ ਹੋਰ ਨੇ ਜਿਹੜਾ ਆਉਣਾ ਚਾਹੁੰਦੇ ਨੇ। ਓਕੇ, ਕਿਉਂਕਿ ਜਿਹੜੇ ਔਰ ਬਾਰਡਰਿੰਗ ਸਟੇਟਸ ਨੇ ਜਿੱਥੋਂ ਆਏ ਨੇ, ਇਹ ਬਾਰਡਰਿੰਗ ਸਟੇਟ ਹੈ ਵਿਦ ਪਾਕਿਸਤਾਨ, ਬਿਲਕੁਲ ਜਿਹੜਾ ਇਹਨਾਂ ਡਿਸਟ੍ਰਿਕਟ ਹੈ, ਬਿਲਕੁਲ ਬਾਰਡਰਿੰਗ ਡਿਸਟ੍ਰਿਕਟ ਹੈ ਪਾਕਿਸਤਾਨ ਦੇ ਨਾਲ। ਹਾਂਜੀ। ਔਰ ਉੱਥੇ ਇਹ ਹੈਗੇ ਹਿੰਦੂ ਨੇ, ਮਤਲਬ ਨਾਨਕ ਨਾਮ ਲੇਵਾ ਨੇ, ਇਹ ਮਤਲਬ ਇਹ ਖਾਲਸੇ ਨਹੀਂ ਹੈਗੇ, ਪਰ ਨਾਨਕ ਨਾਮ ਲੇਵਾ ਨੇ। ਉੱਥੇ ਗੁਰਦੁਆਰੇ ਵੀ ਸਮਾਧ ਵੀ ਕਰਦੇ ਨੇ, ਗੁਰਦੁਆਰੇ ਉੱਥੇ ਗੁਰਦੁਆਰਾ ਸਾਹਿਬ ਹੈ, ਜਿਹਦੇ ਕਰਕੇ ਹਰ ਸਾਲ ਉੱਥੇ ਇੱਕ ਜਾਂਦੇ ਨੇ ਸੰਭਾਲ ਕਰਨ ਵਾਸਤੇ। ਐਸੀ ਵੀ ਮਾਰਚ ਦੇ ਮਹੀਨੇ 'ਚ ਉੱਥੇ ਗਏ ਸਨ, ਹਿੰਦੁਸਤਾਨ ਤੋਂ ਹੀ ਗਏ ਸਨ। ਅੱਛਾ, ਤੇ ਉੱਥੇ ਇਹਨਾਂ ਨੂੰ ਅਗਵਾ ਕਰ ਲਿਆ ISI ਨੇ, ਤੇ ਉਹ ਅਗਵਾ ਕਰਕੇ ਇਹਨਾਂ ਨੂੰ ਪ੍ਰਤਾੜਨਾ ਕੀਤੀ। ਉਹਨੇ ਕਹਿੰਦਾ ਕਿ ਮੈਂ ਹੁਣ ਨਹੀਂ ਜਾ ਸਕਾਂਗਾ। ਤੁਹਾਨੂੰ ਵੀ ਸੋਚਣਾ ਪਿਆ ਕਿ ਉੱਥੇ ਜਿਹੜੇ ਗੁਰਦੁਆਰੇ ਸਾਹਿਬ ਸਾਡੇ ਹੈਗੇ ਨੇ ਸਿੱਖਾਂ ਦੇ, ਉਹਨਾਂ ਦੀ ਦੇਖਭਾਲ ਕੌਣ ਕਰੇਗਾ, ਉਹਦੀ ਚਿੰਤਾ ਕੌਣ ਕਰੇਗਾ? ਮੈਂ ਭਾਰਤ ਸਰਕਾਰ ਨਾਲ, ਹੋਮ ਮਿਨਿਸਟਰ ਨਾਲ ਗੱਲ ਕਰ ਲਾਂਗਾ ਔਰ MEA ਨਾਲ ਗੱਲ ਕਰਾਂਗਾ ਇਸ ਬਾਰੇ, ਕਿ ਜਿਹੜੇ ਕਿਉਂਕਿ ਇਹਨਾਂ ਦਾ ਮਨਾ ਕਰਤਾ ਸੀ ਜਾਵਾਂਗੇ ਨਹੀਂ, ਜਿਹੜੇ ਗੁਰਦੁਆਰੇ ਸਾਹਿਬ ਨੇ ਉਹਨਾਂ ਦੀ ਕੋਈ ਦੇਖਭਾਲ ਕਰੇ, ਉੱਥੇ ਜਿਹੜੇ ਉੱਥੇ ਚਿੰਤਾ ਕਰਨ, ਕਿਉਂਕਿ ਉਹਨਾਂ ਦੀ ਜਿਹੜੀ ਵਿਚਾਰਧਾਰਾ ਉੱਥੇ ਦੀ ਜਿਹੜੀ ਤਾਲਿਬਾਨੀ ਵਿਚਾਰਧਾਰਾ ਹੈ, ਉਹਦੇ ਤੇ ਨਾਨ ਮੁਸਲਿਮ ਵਾਸਤੇ ਕੋਈ ਜਗ੍ਹਾ ਹੀ ਨਹੀਂ ਹੈਗੀ। ਅਸੀਂ ਜਿਹੜਾ ਸਿੱਖ ਹੈ ਜਾਂ ਹਿੰਦੂ ਹੈ ਜਿਹੜਾ ਉੱਥੇ, ਉਹ ਚਾਹਤੇ ਉਹਨੂੰ ਕਨਵਰਟ ਕਰੋ ਜਾਂ ਫਿਰ ਉਹਨੂੰ ਮਾਰ ਦਿਓ ਉਹਨੂੰ। ਕੋਈ ਉੱਥੇ ਇਸ ਗੱਲ ਦਾ ਜਿਹਾਦ ਹੈ ਉਹਨਾਂ ਦਾ, ਇਸ ਗੱਲ ਦਾ। ਔਰ ਇਸ ਕਰਕੇ ਜ਼ਰੂਰੀ ਹੈ ਕਿ ਉਹਨਾਂ ਨੂੰ ਜਿਹੜੇ ਆਉਣਾ ਚਾਹੁੰਦੇ ਹਿੰਦੁਸਤਾਨੀ ਸ਼ਰਨਾਰਥੀ, ਜਦ ਤੱਕ ਉੱਥੇ ਚੀਜ਼ਾਂ ਠੀਕ ਨਾ ਹੋ ਜਾਣ, ਉੱਥੇ ਕੱਲ। ਤੇ ਆਰਪੀ ਸਿੰਘ ਜੀ ਬਹੁਤ ਅੱਛੀ ਗੱਲ ਹੈ ਕਿ ਜੇ ਉਹਨਾਂ ਨੂੰ ਵੀਜ਼ਾ ਦਿੱਤਾ ਜਾ ਰਿਹਾ, ਕਿਉਂਕਿ ਉਹਨਾਂ ਦੀ ਜੋ ਇੱਕ ਆਪਾਂ ਦੇਖ ਰਹੇ ਹਾਂ ਕਿ ਬਹੁਤ ਆ ਜਿਹੜੇ ਸਿੱਖ ਐਸੇ ਹੀ ਹੈਗੇ ਕਿ ਜਿਹੜੇ ਉਹ ਆਉਣਾ ਚਾਹੁੰਦੇ ਨੇ, ਔਰ ਜੇ ਸਰਕਾਰ ਉਹਨਾਂ ਨੂੰ ਵੀਜ਼ਾ ਦਿੰਦੀ ਹੈ ਤੇ ਬਹੁਤ ਅੱਛੀ ਗੱਲ ਹੋਏਗੀ। ਪਰ ਆਪਾਂ ਹੋਰ ਜਿਸ ਤਰ੍ਹਾਂ ਜੇ ਸਾਰੇ ਆ ਜਾਣਗੇ ਤੇ ਇੱਕ ਸਵਾਲ ਇਹ ਵੀ ਆ ਜਾਂਦਾ ਕਿ ਉੱਧਰ ਜਿਹੜੇ ਕੁਝ ਗੁਰੂ ਘਰ ਨੇ ਜਿਹੜੇ ਇਤਿਹਾਸਕ ਨੇ, ਤੇ ਕੁਝ ਗਿਣਤੀ ਦੇ ਕੁਝ ਐਸੇ ਸਿੱਖ ਵੀ ਹੈਗੇ ਨੇ ਜਿਹੜੀ ਉਹਨਾਂ ਦੀ ਸਾਂਭ ਸੰਭਾਲ ਕਰਕੇ ਉੱਥੇ ਰੁਕੇ ਨੇ, ਤੇ ਆਪਾਂ ਕਿੱਦਾਂ ਉਹਨਾਂ ਗੁਰੂ ਘਰਾਂ ਦੀ ਸਿਕਿਉਰਿਟੀ ਨੂੰ ਕਿੱਦਾਂ ਸਰਕਾਰ ਦੇ ਤੌਰ ਤੇ, ਅਫਗਾਨਿਸਤਾਨ ਸਰਕਾਰ ਤੇ ਪ੍ਰੈਸ਼ਰ ਪਵਾ ਕੇ
ਜਾਂ ਕਿਸ ਤਰੀਕੇ ਅਸੀਂ ਗੁਰੂ ਘਰਾਂ ਨੂੰ ਵੀ ਕੋਈ ਨੁਕਸਾਨ ਨਾ ਹੋ ਜਾਏ, ਆਪਾਂ ਕਿੱਦਾਂ ਉਹਨਾਂ ਦੀ ਸੁਨਿਸ਼ਚਿਤ ਕਰ ਸਕਦੇ ਹਾਂ ਸਿਕਿਉਰਿਟੀ? ਮੈਂ ਅਕਸਰ ਜੀ ਅੱਜ ਹੀ ਨਿਦਾਨ ਸਿੰਘ ਨਾਲ ਜਦ ਮੇਰੀ ਗੱਲ ਹੋਈ, ਨਿਦਾਨ ਸਿੰਘ ਨੇ ਮੈਨੂੰ ਦੱਸਿਆ ਕਿ ਇੱਦਾਂ ਉਹ ਗੁਰੂ ਘਰ ਉਹਦੀ ਸੰਭਾਲ ਕਰਨ ਵਾਸਤੇ ਹਰ ਸਾਲ ਜਾਂਦੇ ਨੇ, ਉੱਥੇ ਪ੍ਰੋਗਰਾਮ ਕਰਦੇ ਨੇ ਬਕਾਇਦਾ। ਹਾਂਜੀ ਹਾਂਜੀ ਹਾਂਜੀ। ਇਹਨੀ ਮਾਰਚ ਮਿਲੇ ਜਾਂਦੇ ਨੇ ਹਰ ਸਾਲ। ਹਾਂਜੀ ਹਾਂਜੀ। ਐਤਕੀ ਵੀ ਉਸੇ ਕਰਕੇ ਗਏ ਸਨ। ਹੁਣ ਕਹਿੰਦੇ ਮੈਂ ਹੁਣ ਨਹੀਂ ਜਾ ਪਾਵਾਂਗਾ ਜੋ ਹਾਲਤ ਹੈ ਉੱਥੇ। ਹਾਂਜੀ ਹਾਂਜੀ। ਮੈਂ ਉਹਨੇ ਆਖਿਆ ਕਿ ਮੈਂ ਇੱਥੇ ਹੋਮ ਮਿਨਿਸਟਰੀ ਨਾਲ ਤੇ ਮਿਨਿਸਟਰੀ ਆਫ ਐਕਸਟਰਨਲ ਦੋਨਾਂ ਨਾਲ ਗੱਲ ਕਰਾਂਗਾ ਕਿ ਉੱਥੇ ਦੀ ਸਰਕਾਰਾਂ ਤੇ ਦਬਾਅ ਬਣਾਉਣ ਔਰ ਇੰਸ਼ੋਰ ਕਰਨ ਕਿ ਜਦ ਤੱਕ ਸਾਰੇ ਲੋਕ ਉੱਥੇ ਵਾਪਸ ਨਹੀਂ ਜਾ ਸਕਦੇ ਜਾਂ ਗੁਰੂ ਘਰ ਦੀ ਸੇਵਾ ਨਹੀਂ ਸਕਦੀ, ਐਟਲੀਸਟ ਉਹ ਗੁਰੂ ਘਰ ਉੱਥੇ ਮੇਨਟੇਨ ਹਨ। ਉਹ ਪੁਰਾਤਨ ਗੁਰੂ ਘਰ ਨੇ, ਉਹ ਪੁਰਾਤਨ ਗੁਰਦੁਆਰੇ ਨੇ। ਉਹ ਨਹੀਂ ਕਿ ਕੋਈ ਅੱਜ ਕੋਈ ਪਿਛਲੇ 10-50 ਸਾਲਾਂ 'ਚ ਬਣੇ ਨੇ। ਉਸ ਵੇਲੇ ਦੇ ਗੁਰਦੁਆਰੇ ਸਾਹਿਬ में जिस ਵੇਲੇ ਮਹਾਰਾਜ ਗੁਰੂ ਨਾਨਕ ਦੇਵ ਜੀ ਉਸ ਰਸਤੇ ਗਏ ਨੇ, ਉਹ ਸ਼ਹਿਰਾਂ ਚੋਂ ਪਿੰਡਾਂ ਚੋਂ ਨਿਕਲ ਕੇ ਗਏ ਨੇ, ਉਸ ਸਮੇਂ ਦੀ ਇਤਿਹਾਸਿਕ ਯਾਦਗਾਰਾਂ ਨੇ। ਅਸੀਂ ਚਾਹੁੰਦੇ ਉਹ ਮੇਨਟੇਨ ਹੋਣ ਔਰ ਕਿਉਂਕਿ ਅੱਗੇ ਪਾਕਿਸਤਾਨ ਸਾਡੇ ਬੜੇ ਗੁਰਦੁਆਰੇ ਇਹੋ ਜਿਹੇ ਨੇ ਜਿਹੜੇ ਤੋੜਤੇ ਗਏ ਨੇ, ਉਜਾੜਤੇ ਗਏ ਨੇ, ਉਹਨਾਂ ਤੇ ਕਬਜ਼ੇ ਕਰ ਲਏ ਗਏ ਨੇ, ਉਹਨਾਂ ਦੀ ਜ਼ਮੀਨਾਂ ਤੇ ਕਬਜ਼ੇ ਕਰ ਲਏ ਗਏ ਨੇ। ਪਰ ਜਿੱਥੇ ਸਿਰ ਹੁਕਮਰਾਨ ਜਿੱਦਾਂ ਦੇ ਹੁੰਦੇ ਨੇ ਉੱਥੇ ਦੀ ਉੱਦਾਂ ਦੇ ਹਿਸਾਬ ਨਾਲ ਹੁੰਦੇ ਨੇ ਚੀਜ਼ਾਂ। ਪਰ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਇਹ ਵਾਪਸ ਆਏ ਨੇ ਔਰ ਅੱਜ ਉੱਥੇ ਹੋਰ ਵੀ ਲੋਕੀ ਗਏ ਸਨ ਉੱਥੇ ਸਵਾਗਤ ਕਰਨ ਵਾਸਤੇ, ਇਹਨੂੰ ਲੈਣ ਵਾਸਤੇ, ਚਿੰਤਾ ਕਰਨ ਵਾਸਤੇ। ਔਰ ਖਾਸ ਕਰਕੇ ਉਹ ਵੀ ਗਏ ਨੇ ਜਿਹੜੇ ਕਹਿੰਦੇ ਸਨ ਸੀਏ ਦਾ ਵਿਰੋਧ ਕਰਦੇ ਸਨ, ਉਹ ਵੀ ਉੱਥੇ ਗਏ ਸਨ ਅੱਜ। ਕਿਉਂਕਿ ਅਸੀਂ ਕਹਿੰਦੇ ਵੀ ਸੀਏ ਨਾਲ ਕਿਸੇ ਨੁਕਸਾਨ, ਹਿੰਦੁਸਤਾਨ ਦਾ ਕਿਸੇ ਨੁਕਸਾਨ ਨਹੀਂ ਹੈਗਾ। ਇਹੋ ਜਿਹੇ ਜਿਹੜੇ ਨਿਦਾਨ ਸਿੰਘ ਜਾਂ ਜਿਹੜੇ ਬਾਕੀ ਪਰਿਵਾਰ ਹੈਗੇ ਨੇ ਇਹਨਾਂ ਨੂੰ ਇੱਕ ਰਸਤਾ ਮਿਲੇਗਾ, ਇਹਨਾਂ 'ਚ ਕੋਈ ਇੱਕ ਰਸਤਾ ਨਿਕਲਦਾ ਹੈ। ਪਰ ਇਹ ਹਿੰਦੁਸਤਾਨ ਦੀ ਸਰਕਾਰ, ਪ੍ਰਧਾਨ ਮੰਤਰੀ ਮੋਦੀ ਦੀ ਦੇਣ ਹੈ ਕਿ ਅੱਜ ਰਸਤਾ ਨਿਕਲਿਆ ਔਰ ਫਾਰਮਲਾਈਜ਼ ਹੋ ਗਿਆ ਰਸਤਾ। ਠੀਕ ਹੈ ਆਰਪੀ ਸਿੰਘ ਜੀ, ਬਹੁਤ ਅੱਛੀ ਗੱਲ ਹੈ। ਪਰ ਆਪਾਂ ਦੇਖ ਰਹੇ ਹਾਂ ਕਿ ਜਿੱਥੇ ਵੀਜ਼ਾ ਤਾਂ ਮਿਲ ਜਾਂਦਾ ਹੈ, ਪਰ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਏਗਾ ਕਿ ਜਿਹੜੇ ਕਈ ਕਾਬੁਲੀ ਸਿੰਘ ਨੇ ਉਹ ਕਈ ਲੰਬੇ ਸਿਰ ਤੋਂ, ਜਿਸ ਤਰ੍ਹਾਂ ਖਜਿੰਦਰ ਸਿੰਘ ਜੀ ਵੀ ਜਿਹੜੇ ਉਹਨਾਂ ਨੂੰ ਜਿਹੜਾ ਹੈਡ ਕਰਦੇ ਨੇ ਕਈ ਜਥੇਬੰਦੀਆਂ ਨੂੰ, ਆਪਾਂ ਦੇਖਦੇ ਹਾਂ ਕਿ ਉਹ ਕਈ ਜਿਹੜਾ ਹੈਗਾ ਬੜੇ ਲੰਬੇ ਚਿਰ ਤੋਂ ਆਪਣੀ ਜੋ ਕਿ ਨਾਗਰਿਕਤਾ ਜਿਹੜੀ ਹੈਗੀ ਸਿਟੀਜ਼ਨਸ਼ਿਪ ਨੂੰ ਲੈ ਕੇ ਵੀ ਕਾਫੀ ਉਹ ਐਪਲੀਕੇਸ਼ਨਸ ਜਿਹੜੀ ਹੈਗੀ ਲਗਾਉਂਦੇ ਨੇ, ਪਰ ਉਹ ਸਿਟੀਜ਼ਨਸ਼ਿਪ ਉਹਨਾਂ ਨੂੰ ਜਲਦੀ ਮਿਲ ਨਹੀਂ ਪਾਉਂਦੀ। ਇਸ ਵਾਸਤੇ ਕੀ ਕਾਰਜ ਕੀਤੇ ਜਾਣਗੇ? ਨਹੀਂ, ਹੁਣ ਤੇ ਜਿਹੜਾ ਨਵਾਂ ਰੂਲ ਬਣ ਗਿਆ ਉਹਦੇ ਅਨੁਸਾਰ ਤੇ ਸਿਟੀਜ਼ਨਸ਼ਿਪ ਮਿਲ ਹੀ ਜਾਣੀ ਹੈ। ਹੁਣ ਤੇ ਜਿਹੜਾ ਇੱਥੇ 5 ਸਾਲ ਤੋਂ ਆਦਮੀ ਰਹਿ ਰਿਹਾ ਜੋ ਵੀ ਜਿੱਥੋਂ ਵੀ ਆ ਔਰ ਉਹ ਧਾਰਮਿਕ ਤੌਰ ਤੇ ਪ੍ਰਤਾੜਿਤ ਹੈ ਤੇ ਉਹਨੂੰ ਸਿਟੀਜ਼ਨਸ਼ਿਪ ਮਿਲ ਹੀ ਜਾਏਗੀ। ਉੱਤੇ ਨਵਾਂ ਕਾਨੂੰਨ ਬਣ ਕੇ ਉਹ ਮੈਨੂੰ ਪਤਾ ਲੱਗਾ ਸਟੈਂਡਿੰਗ ਕਮੇਟੀ ਕਿਸੇ ਕੁਝ ਮਾਮਲਾ ਰੁਕਿਆ, ਜਿੱਦਾਂ ਉਹ ਲਾਗੂ ਹੋਏਗਾ ਤੇ ਜਿਹੜਾ 5 ਸਾਲ ਤੋਂ ਜ਼ਿਆਦਾ ਇੱਥੇ ਰਹਿ ਰਿਹਾ ਹੋਏਗਾ, ਮਤਲਬ ਅੱਜ ਆਪਾਂ 2020 ਬੈਠੇ ਹਾਂ ਤੇ ਜਿਹੜਾ 2014 ਦੇ ਐਂਡ ਜਿਹੜਾ ਤੋਂ ਪਹਿਲੇ ਜਿਹੜਾ ਆ ਗਿਆ ਹੋਏਗਾ ਉਹਨੂੰ ਮਤਲਬ ਜਾਂ 2015 ਦੇ ਸ਼ੁਰੂ 'ਚ ਆ ਗਿਆ ਹੋਏਗਾ, ਜਿਹੜੇ 5 ਸਾਲ ਪੂਰੇ ਹੋਣ ਤੋਂ ਪਹਿਲੇ ਆ ਕੇ ਉਹਨੂੰ ਸਿਟੀਜ਼ਨਸ਼ਿਪ ਮਿਲੇਗੀ ਨੈਚੁਰਲ ਕੋਰਸ 'ਚ। ਕੋਈ ਦਿੱਕਤ ਆਏਗੀ ਨਹੀਂ। ਔਰ ਇਹ ਜਿਹੜੇ ਸਿੱਖ, ਜਿਹੜੇ ਹਿੰਦੂ ਜਾਂ ਜਿਹੜੇ ਨਾਨਕ ਨਾਮ ਲੈਵ, ਇਹ ਸਾਰੇ ਹਿੰਦੂ ਪਰਿਵਾਰ ਨੇ ਪਰ ਨਾਨਕ ਨਾਮ ਲੈਵਾ ਨੇ ਉੱਥੇ ਨੇ। ਇਹੋ ਜਿਹੇ ਪਰਿਵਾਰ ਆਉਣਾ ਚਾਹਣ, ਅੱਛੀ ਗੱਲ ਹੈ। ਇਹ ਹਿੰਦੂ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਦੀ ਸਾਡੀ ਸੰਭਾਲ ਕਰਦੇ ਨੇ। ਨਹੀਂ, ਪਰ ਸਿੱਖ ਪਰਿਵਾਰ ਵੀ ਤਾਂ ਹੈਗੇ ਉੱਥੇ ਕਾਫੀ ਸਾਰੇ, ਬੜੇ ਸਾਰੇ। ਨਹੀਂ, ਇਹ ਜਿਹੜਾ ਪੂਰਾ ਜਿਹੜਾ ਜਿੱਥੋਂ ਇਹ ਆਏ ਨੇ ਉੱਥੇ ਸਾਰੇ ਹਿੰਦੂ ਪਰਿਵਾਰ ਹੀ ਨੇ। ਅੱਛਾ, ਜਿੱਥੋਂ ਇਹ ਆਏ, ਓਕੇ, ਜਿੱਥੋਂ ਆਏ ਨੇ। ਔਰ ਉੱਥੇ ਪੁਰਾਤਨ ਗੁਰਦੁਆਰੇ ਨੇ ਜਿੱਥੇ ਮਹਾਰਾਜ ਗੁਰੂ ਨਾਨਕ ਦੇਵ ਦੀ ਕੋਈ ਛੋਹ ਲੱਗੀ ਹੈ, ਉੱਥੇ ਪੁਰਾਤਨ ਗੁਰਦੁਆਰੇ ਮੈਨੂੰ ਜਾਣਕਾਰੀ ਪੂਰੀ ਨਹੀਂ, ਪਰ ਉੱਥੇ ਪੁਰਾਤਨ ਗੁਰਦੁਆਰੇ ਨੇ, ਇੱਥੋਂ ਆਏ ਨੇ। ਔਰ ਇਹ ਹਰ ਸਾਲ ਇਹ ਗੁਰੂ ਘਰ ਨੂੰ ਮੰਨਣ ਵਾਲੇ ਨੇ। ਮਤਲਬ ਇਹ ਬੇਸ਼ੱਕ ਮਤਲਬ ਹਿੰਦੂ ਤਾਂ ਅਸੀਂ ਇਤਨਾ ਸਮਝੇ ਕਿ ਨਾਨਕ ਨਾਮ ਲੈਵਾ, ਨਾਨਕ ਨਾਮ ਲੈਵਾ ਖੇਸ ਹੀ ਰੱਖਦੇ, ਮਤਲਬ ਇਤਨਾ ਸੋਚੋ ਖਾਲਸੇ ਨਹੀਂ ਹੈਗੇ। ਬਾਕੀ ਮਨ ਮੇਰੇ ਤਾਂ ਸਾਰੀ ਉੱਦਾਂ ਹੀ ਹੈ ਜਿੱਦਾਂ ਸਿੱਖਾਂ ਦੀ ਹੈਗੀ ਹੈ, ਪਰ ਇਹ ਸਿਰਫ ਕੇਸ ਨਹੀਂ ਰੱਖਦੇ, ਉੱਦਾਂ ਦਾ ਇੰਨਾ ਹੀ ਫਰਕ ਹੈ। ਇਹ ਸਾਰੀ ਪੁਰਾਤਨ ਇਹ ਵੀ ਸਾਡੇ ਸਿਸਟਮ ਦੇ ਹਿੱਸਾ ਨੇ। ਹਾਲਾਂਕਿ ਸਾਡੇ ਤੋਂ ਥੋੜਾ ਇਸ ਮਾਮਲੇ ਥੋੜੀ ਸੋਚ ਅਲੱਗ ਹੋ ਗਈ ਹੈ, ਪਰ ਦੁਨੀਆ ਕਈ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਕੇਸ ਨਹੀਂ ਰੱਖਦੇ, ਪਰ ਗੁਰੂ ਨਾਨਕ ਦੇਵ ਦੇ ਨਾਨਕ ਨਾਮ ਲੈਵਾ ਨੇ ਜਾਂ ਗੁਰੂ ਘਰ ਵਿਸ਼ਵਾਸ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਵਿਸ਼ਵਾਸ ਕਰਦੇ ਨੇ। ਉਹ ਖਾਲਸੇ ਸਰੂਪ ਵਿੱਚ ਜਿਹਨਾਂ ਨੂੰ ਸਹਿਸਧਾਰੀ ਵੀ ਜਿਹਨਾਂ ਨੂੰ ਅਸੀਂ ਕਹਿ ਦਿੰਦੇ, ਸਹਿਸਧਾਰੀ ਕਹਿ ਲਓ, ਕਈ ਹੋਰ ਕਈ ਸਾਰੇ ਨੇ, ਉਦਾਸੀ ਨੇ, ਕਈ ਸਾਰੇ ਨੇ, ਕਈ ਸੈਪਰੇਟ ਇਸ਼ੂ ਸਮਟਾਈਮ। ਇਹ ਕਿ ਜਿਹੜਾ ਵੀ ਗੁਰੂ ਨਾਨਕ ਦੇਵ ਜੀ ਨੂੰ ਵਿਸ਼ਵਾਸ ਕਰਦਾ, ਜਿਹੜਾ ਸਿੱਖੀ ਤੇ ਵਿਸ਼ਵਾਸ ਕਰਦਾ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਕਰਦਾ ਹੈ, ਮੈਂ ਮੰਨਦਾ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਕਰੇ ਉਹ ਸਿੱਖ ਹੈ। ਉਹ ਖਾਲਸਾ ਹੈ ਨਹੀਂ ਹੈ, ਉਹ ਅਲੱਗ ਹੋ ਸਕਦੀ ਗੱਲ।
ਉਹ ਸਿੱਖ ਹੋ ਗਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਕਰੇ। ਹਾਂਜੀ ਠੀਕ ਹੈ ਮੈਂ ਤੇ ਇੱਥੇ ਤਾਂ ਕਹਿੰਦੇ ਵੀ ਜਿਹੜਾ ਮੂਲ ਮੰਤਰ ਦਾ ਜਾਪ ਕਰ ਲੈ ਉਹ ਵੀ ਅਸੀਂ ਕਹਿੰਦੇ ਵੀ ਤੂੰ ਸਿੱਖ ਉਹ ਗੁਰਸਿੱਖ ਹੋਇਆ ਪਰ ਸਿੱਖ ਹੋ ਗਿਆ। ਬਿਲਕੁਲ ਬਿਲਕੁਲ ਠੀਕ ਹੈ ਸਾਨੂੰ ਮੇਰੀ ਤੁਹਾਡੇ ਚੈਨਲ ਤੇ ਵੀ ਰਿਕੁਐਸਟ ਹੈ, ਸਾਨੂੰ ਇਹਦਾ ਵੀ ਤਬਕਾ ਵਧਾਉਣਾ ਚਾਹੀਦਾ ਕਿਉਂਕਿ ਸਾਡੀ ਪਾਈਪਲਾਈਨ ਹੈ ਜਿਹੜੀ ਸਾਡੀ ਸਪਲਾਈ ਲਾਈਨ ਹੈ ਜਿਹੜੀ ਸਿੱਖੀ ਜਿਹੜੇ ਲੋਕੀ ਤੁਰ ਕੇ ਆਣਗੇ ਗ੍ਰੈਜੂਅਲੀ ਆਣਗੇ ਉਹ ਇੱਥੋਂ ਹੀ ਆਣਗੇ ਜੀ। ਉਹ ਸਾਡੇ ਨਵੇਂ ਜਿਹੜੇ ਕੋਈ ਬਾਹਰੋਂ ਏਦਾਂ ਨਹੀਂ ਆਣਾ ਲੋਕਾਂ ਇਹ ਵੀ ਇੱਕ ਸਟੀਮ ਹੈ ਜਿਹੜੀ ਪਰ ਸਾਨੂੰ ਵਧਾਉਣੀ ਚਾਹੀਦੀ, ਘਟਾਉਣੀ ਨਹੀਂ ਚਾਹੀਦੀ ਸਟੀਮ ਸਾਨੂੰ। ਠੀਕ ਹੈ ਹਰਪ੍ਰੀਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਉਮੀਦ ਕਰਦੇ ਹਾਂ ਕਿ ਜ਼ਰੂਰ ਇਹਨਾਂ ਦੀ ਜਿਹੜੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਜਾਏਗਾ ਔਰ ਜਿਹੜੇ ਉੱਥੇ ਜੋ ਆਉਣਾ ਚਾਹੁੰਦੇ ਨੇ ਭਾਰਤ ਉਹਨਾਂ ਵਾਸਤੇ ਜ਼ਰੂਰ ਪ੍ਰਯਾਸ ਕੀਤੇ ਜਾਣਗੇ। ਬਹੁਤ ਬਹੁਤ ਧੰਨਵਾਦ ਕਰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।